ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਤਰਨ ਸੁਵਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਚੜ੍ਹੇ ਸਵਾਈ ਦੇਹੰਦੀ, ਕਲ ਯੁਗ ਨਾਨਕ ਨਾਮ ਧਿਆਇਆ। ਵਿਣ ਨਾਵੈ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ ਸੁਭਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫੇਰਾਇਆ। ਜੋਤੀ ਜੋਤ ਮਿਲਾਏ ਕੈ, ਸਤਿਗੁਰ ਨਾਨਕ ਰੂਪ ਵਟਾਇਆ। ਲਖ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ। ਕਾਇਆ ਪਲਟ ਸਰੂਪ ਬਣਾਇਆ। ਲਖ ਨ ਕੋਈ ਸਕਈ, ਆਚਰਜੇ ਆਚਰਜ ਦਿਖਾਇਆ। ਕਾਇਆ ਪਲਟ ਸਰੂਪ ਦਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਵਰੂਪ, ਸਰਬ ਕਲਾ ਸਮਰੱਥ, ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਿਆਰ ਸਹਿਤ ਆਪ ਜੀ ਪਹੁੰਚ ਕੇ ਹਜ਼ੂਰ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਨਾਲ ਆਪਣਾ ਜੀਵਨ ਲਿਬਰੇਟ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੰਬੰਧਿਤ ਪੌੜੀਆਂ ਵਿੱਚੋਂ ਅੱਜ ਦੀ ਅਖੀਰਲੀ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ।
ਜਿਹਦੇ ਅੰਦਰ ਗੁਰੂ ਸਾਹਿਬ ਵੱਲੋਂ ਜਿੱਥੇ ਹੋਰ ਕਈ ਕਾਰਜ ਕੀਤੇ, 4 ਉਦਾਸੀਆਂ, ਇਹਨਾਂ ਕੰਮ ਕਿਸੇ ਧਾਰਮਿਕ ਰਹਿਬਰ ਨੇ ਕੀਤਾ ਹੋਵੇ ਤਵਾ ਰੇਖ ਵਿੱਚ ਮਿਲਦਾ ਨਹੀਂ। ਇੰਨੀ ਮਿਹਨਤ ਕਿਸੇ ਨੇ ਕੀਤੀ ਹੋਵੇ, ਯਤਨ ਕੀਤਾ ਹੋਵੇ। ਸਤਿਗੁਰੂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਕੰਮ ਕੀਤਾ ਜੋ ਅੱਜ ਲਿਖਿਆ ਭਾਈ ਗੁਰਦਾਸ ਜੀ ਨੇ। ਜਿਵੇਂ ਦੇ ਆਪ ਸਨ, ਇੱਕ ਸਰੀਰ ਬਿਲਕੁਲ ਉਸੇ ਤਰ੍ਹਾਂ ਦਾ ਤਿਆਰ ਕੀਤਾ। ਨਹੀਂ ਤੇ ਆਮ ਜਿੰਨੇ ਵੀ ਪੈਗੰਬਰ ਹੋਏ ਉਹ ਇਸ ਕੰਮ ਵਿੱਚ ਸਫਲ ਨਹੀਂ ਹੋ ਸਕੇ। ਤਕਰੀਬਨ ਆਪ ਤੇ ਹੋਏ, ਆਪਣੇ ਵਰਗਾ ਨਹੀਂ ਕੋਈ ਬਣਾ ਸਕਿਆ। ਤੁਸੀਂ ਅੱਜ ਵੀ ਵੇਖਦੇ ਹੋ ਕਈਆਂ ਤੇ ਬੜੀ ਬਖਸ਼ਿਸ਼ ਹੁੰਦੀ ਹੈ। ਗੁਰੂ ਨਾਨਕ ਸਾਹਿਬ ਗੁਰੂ ਵੱਲੋਂ ਬਖਸ਼ੇ ਜਾਂਦੇ ਨੇ, ਰੱਬ ਦੇ ਪਿਆਰੇ ਨੇ, ਗੁਰਮੁਖ ਨੇ, ਪਰ ਜਿਹੜੀ ਚੀਜ਼ ਉਹਨਾਂ ਕੋਲ ਹੁੰਦੀ ਉਹ ਅਗਲਿਆਂ ਕੋਲ ਨਹੀਂ ਦੇ ਸਕਦੇ, ਉਹ ਅੱਗੇ ਨਹੀਂ ਜਾ ਸਕਦੀ। ਠੀਕ ਹੈ, ਉਹ ਚੱਲੀ ਜਾਂਦਾ ਢਾਂਚਾ ਸਭ, ਪਰ ਗੁਰੂ ਨਾਨਕ ਸਾਹਿਬ ਨੇ ਔਰ 10 ਹੀ ਪਾਤਸ਼ਾਹੀਆਂ ਨੇ ਇਸ ਕੰਮ ਵਿੱਚ ਕਾਮਯਾਬੀ ਹਾਸਲ ਕਰ ਲਈ ਵੀ ਜੋ ਉਹਨਾਂ ਦੇ ਅੰਦਰ ਸੀ। ਗੁਰੂ ਨਾਨਕ ਸਾਹਿਬ ਦੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਰਹਿੰਦਿਆਂ ਇੱਕ ਆਪਣੇ ਰਹਿਣ ਲਈ ਫਿਰ ਘਰ ਬਣਾਇਆ। ਜਦੋਂ ਆਪਣਾ ਸਰੀਰ ਛੱਡਣਾ ਸੀ, 70 ਸਾਲ ਦੇ ਕਰੀਬ ਆਪ ਵਿਚਰੇ, ਤੇ ਜਦੋਂ ਉਹਨਾਂ ਨੇ ਆਪਣਾ ਸਰੀਰ ਤਿਆਗਣਾ ਸੀ, ਉਹਨਾਂ ਵੇਖਿਆ ਮੈਂ ਜੋ ਕੁਝ ਮੈਂ ਕੀਤਾ ਉਵੇਂ ਦਾ ਕੋਈ ਹੋਰ ਵੀ ਹੋਵੇ, ਤੇ ਉਹਨਾਂ ਨੇ ਲੱਭਿਆ ਭਾਈ ਲਹਿਣਾ। ਭਾਈ ਲਹਿਣੇ ਨੂੰ ਚੁਣਿਆ। ਔਰ ਇਹ ਜਿਹੜੀਆਂ 10 ਪਾਤਸ਼ਾਹੀਆਂ ਤੁਸੀਂ ਸੁਣਦੇ ਹੋ, ਜਿਵੇਂ ਕਿ ਉਹਨਾਂ ਦੇ ਜੀਵਨ ਦੀ ਇੱਕ ਇਤਿਹਾਸਕ ਘਟਨਾ ਤੋਂ ਸਾਹਮਣੇ ਆਉਂਦਾ ਹੈ। ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਗੁਰੂ ਅੰਗਦ ਦੇਵ ਜੀ ਨੇ ਸੇਵਾ ਕੀਤੀ ਤੇ ਗੁਰਤਾ ਗੱਦੀ ਪ੍ਰਾਪਤ ਕਰ ਲਈ, ਹੁਕਮ ਮੰਨਿਆ। ਜਾਂ ਅਸੀਂ ਕਹਿੰਦੇ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਉਸ ਸੇਵਾ ਦੀ ਬਦੌਲਤ ਉਹਨਾਂ ਨੂੰ ਗੁਰਤਾ ਗੱਦੀ ਦਾ ਤਖਤ ਮਿਲ ਗਿਆ। ਇਸੇ ਤਰ੍ਹਾਂ ਗੁਰੂ ਰਾਮਦਾਸ ਬਾਰੇ ਕਹਿੰਦੇ, ਪਰ ਧਿਆਨ ਦਿਓ, ਗੱਲ ਇਹਦੇ ਤੋਂ ਕੁਝ ਵੱਖਰੀ ਵੀ ਹੈ, ਕਿਉਂਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਭਾਈ ਲਹਿਣਾ ਜੀ ਪਹਿਲੇ ਦਿਨ ਆਏ ਸਨ, ਕੋਈ ਅਣਜਾਣ ਵਿਚਾਰ ਉਹਨਾਂ ਨੂੰ ਇੱਧਰ ਖਿੱਚ ਕੇ ਲੈ ਜਾ ਰਹੇ ਸਨ। ਗੁਰੂ ਅੰਗਦ ਦੇਵ ਜੀ ਪਹਿਲਾਂ ਲਹਿਣਾ ਜੀ ਸਨ, ਕਿਤੇ ਦੇਵੀ ਤੇ ਜਾ ਰਹੇ ਸਨ। ਰਾਹ ਵਿੱਚ ਜਿਹੜੇ ਸੰਗੀ ਸਨ ਉਹਨਾਂ ਨੂੰ ਬਿਠਾਇਆ, ਕਹਿਣ ਲੱਗੇ ਮੈਂ ਨਾਨਕ ਤਪੇ ਦਾ ਦਰਸ਼ਨ ਕਰਾਂ। ਗੁਰੂ ਸਾਹਿਬ ਨੂੰ ਉਦੋਂ ਆਮ ਤੌਰ ਤੇ ਤਪਾ ਕਹਿੰਦੇ ਸੀ, ਤਪਾ ਸ਼ਬਦ ਵਰਤਿਆ ਜਾਂਦਾ ਸੀ। ਔਰ ਇਹ ਜਿਹੜਾ ਤਪਾ ਸ਼ਬਦ ਹੈ ਨਾ, ਇਹ ਇਸ ਚੀਜ਼ ਨੂੰ ਸਿੱਧ ਕਰਦਾ ਵੀ ਗੁਰੂ ਸਾਹਿਬ ਬਾਰੇ ਇਹ ਪ੍ਰਚਲਿਤ ਸੀ ਕਿ ਉਹ ਤਪ ਕਰਦੇ ਨੇ, ਉਹ ਸਰੀਰ ਦੀ ਤਤਿਖਿਆ ਕਰਦੇ। ਨਾਨਕ ਤਪੇ ਦਾ ਦਰਸ਼ਨ ਕਰ ਆਵਾਂ। ਭਾਈ ਲਹਿਣੇ ਨੇ ਆਪਣੇ ਸੰਗੀਆਂ ਨੂੰ, ਸਾਥੀਆਂ ਨੂੰ ਕਿਹਾ। ਘੋੜੀ ਉਹਨਾਂ ਦੇ ਕੋਲ ਸੀ, ਘੋੜੀ ਤੇ ਅਸਵਾਰ ਹੋਏ ਉਸ ਥਾਂ ਵੱਲ ਤੁਰੇ ਜਾਂਦੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਵਿੱਚ ਗੁਰਸਿੱਖਾਂ ਦੇ ਵਿੱਚ ਬੈਠੇ ਨੇ। ਘੋੜੀ ਤੇ ਤੁਰੇ ਆਉਂਦੇ ਨੇ, ਪਤਾ ਨਹੀਂ ਗੁਰੂ ਨਾਨਕ ਕਿਵੇਂ ਦਾ ਹੈ, ਸਿਰਫ ਆ ਰਹੇ ਸਨ। ਰਸਤੇ ਵਿੱਚੋਂ ਪੁੱਛਦੇ ਪਛਾਣਦੇ ਨੇੜੇ ਆ ਗਏ। ਇੱਧਰ ਗੁਰੂ ਨਾਨਕ ਸਾਹਿਬ ਦੀਵਾਨ ਵਿੱਚ ਬੈਠੇ ਬੈਠੇ ਇੱਕਦਮ ਉੱਠੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਕੀ ਕੰਮ ਹੈ, ਕੀ ਕਾਰਜ ਹੈ, ਸਾਨੂੰ ਹੁਕਮ ਕਰੋ ਅਸੀਂ ਕਰਨੇ। ਹਜ਼ੂਰ ਨੇ ਕਿਹਾ ਇਹ ਕੰਮ ਤੁਹਾਡੇ ਵਾਲਾ ਨਹੀਂ, ਇਹ ਕੰਮ ਮੇਰਾ ਹੈ। ਕਹਿੰਦੇ ਤੁਹਾਡਾ ਕਿਵੇਂ ਕੰਮ, ਕਿਹੜਾ ਹੈ? ਕਹਿੰਦੇ ਮੇਰੇ ਰਾਜ ਦਾ ਧਣੀ ਆਇਆ, ਮੈਂ ਜਾ ਕੇ ਲੈ ਆਵਾਂ। ਇਹ ਸ਼ਬਦ ਆਉਣ ਤੋਂ ਪਹਿਲਾਂ ਹੀ ਕਹਿ ਦਿੱਤੇ ਸਨ ਭਾਈ ਲਹਿਣੇ ਨੇ। ਇਹਦਾ ਮਤਲਬ ਸਾਫ਼ ਹੈ ਕਿ ਭਾਈ ਲਹਿਣੇ ਨੂੰ ਸੇਵਾ ਕਰਨ ਤੋਂ ਪਹਿਲਾਂ, ਹੁਕਮ ਮੰਨਣ ਤੋਂ ਆਉਣ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਚੁਣ ਲਿਆ ਸੀ। ਆਪ ਹੀ ਚੁਣਿਆ, ਆਪ ਅੱਗੇ ਨਿਕਲੇ, ਬਾਹਰ ਆ ਗਏ।
ਤੇ ਜਿੱਧਰੋਂ ਭਾਈ ਲਹਿਣਾ ਜੀ ਘੋੜੀ ਤੇ ਅਸਵਾਰ ਹੋ ਕੇ ਤੁਰੇ ਆਉਂਦੇ ਸਨ, ਉਧਰ ਤੁਰ ਪਏ। ਤੇ ਭਾਈ ਗੁਰਦਾਸ ਜੀ ਦੇ ਇਹ ਬਚਨ ਉਹਨਾਂ ਪਹਿਲਾਂ ਹੀ ਕਹਿ ਦਿੱਤੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਵਰਤਾ ਦਿੱਤਾ, ਅੱਗੋਂ ਲੈਣ ਗਏ। ਔਰ ਇਹ ਅੱਜ ਵੀ ਸਾਧ ਸੰਗਤ ਦੀ ਚੀਜ਼ ਕੰਮ ਕਰਦੀ ਹੈ, ਕੇਵਲ ਉਦੋਂ ਨਹੀਂ ਸੀ, ਅੱਜ ਵੀ ਮਤ ਜਾਣਨਾ। ਕਿਉਂਕਿ ਗੁਰੂ ਘਰ ਦਾ ਜਿਹੜਾ ਸਿਸਟਮ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ ਵਕਤ ਸੀ, ਅੱਜ ਵੀ ਉਹ ਚੱਲਦਾ ਹੈ, ਸਿਰਫ ਥੋੜੇ ਜਿਹੇ ਬਾਹਰੋਂ ਤਰੀਕੇ ਬਦਲ ਗਏ। ਅੱਜ ਵੀ ਮਤ ਜਾਣਨਾ, ਜਦੋਂ ਅਸੀਂ ਤੁਰ ਕੇ ਆਉਂਦੇ ਹਾਂ, ਅਸੀਂ ਭਾਵੇਂ ਰਾਹ ਵਿੱਚ ਕਿਹੜੇ ਖਿਆਲਾਂ ਵਿੱਚ ਗੁਆਚੇ ਰਹੀਏ, ਕਿਹੜੇ ਕੰਮਾਂ ਵਿੱਚ ਸਾਡਾ ਮਨ ਤੁਰਿਆ ਰਹੇ, ਪਰ ਸੱਚਾਈ ਇਹ ਹੈ ਕਿ ਜਦੋਂ ਘਰੋਂ ਨਿਕਲਦੇ ਹਾਂ, ਉਸ ਵੇਲੇ ਸਾਡਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਣਦਾ ਹੈ। ਉਸ ਵੇਲੇ ਸਾਡਾ ਸੰਪਰਕ, ਸਾਡਾ ਸੰਬੰਧ, ਸਾਡਾ ਪ੍ਰੇਮ ਹੋ ਸਕਦਾ। ਪਰ ਜੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ, ਹਾਜ਼ਰੀ ਵਿੱਚ ਰਹੀਏ, ਹਾਜ਼ਰੀ ਵਿੱਚ ਰਹਿਣਾ ਹੋਰ ਗੱਲ ਹੈ, ਤੇ ਇੱਕ ਖਾਨਾ ਪੂਰਤੀ ਕਰਨੀ ਹੋਰ ਚੀਜ਼ ਹੈ। ਤੁਸੀਂ ਪਿਛਲੇ ਦਿਨਾਂ ਤੋਂ ਸੁਣਦੇ ਰਹੇ ਹੋ ਨਾ ਬਈ ਸਤਿਗੁਰਾਂ ਨੇ ਸਿੱਧਾ ਨਾਲ, ਪੰਡਤਾਂ ਨਾਲ, ਯੋਗੀਆਂ ਨਾਲ, ਬੜਿਆਂ ਨਾਲ ਵਾਰਤਾ ਕੀਤੀ। ਇੱਕ ਪੰਡਤ ਆ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਸਾਨੂੰ ਸਾਰਿਆਂ ਨੂੰ ਰੱਦ ਕਿਉਂ ਕਰਦੇ? ਹਜ਼ੂਰ ਕਹਿੰਦੇ, ਮੈਂ ਤੇ ਰੱਦ ਨਹੀਂ ਕਰਦਾ। ਕਹਿੰਦੇ ਤੁਸੀਂ ਰੱਦ ਕਿਉਂ ਕਰਦੇ? ਹਜ਼ੂਰ ਨੇ ਕਿਹਾ, ਤੁਸੀਂ ਨਾਮ ਨਾਲ ਜੁੜਦੇ ਨਹੀਂ, ਨਾਮ ਨਾਲ ਜੁੜਦੇ ਨਹੀਂ। ਕਹਿੰਦੇ ਨਹੀਂ, ਨਾਮ ਤੁਸੀਂ ਜਪਦੇ ਹੋ, ਨਾਮ ਅਸੀਂ ਵੀ ਜਪਦੇ ਹਾਂ, ਅਸੀਂ ਰਾਮ ਰਾਮ ਜਪਦੇ ਹਾਂ, ਤੁਸੀਂ ਕੋਈ ਹੋਰ ਜਪਦੇ ਹੋਗੇ, ਸਾਡਾ ਨਾਮ ਮਾੜਾ ਤੁਹਾਡੇ ਤੋਂ, ਅਸੀਂ ਵੀ ਤਾਂ ਜਪਦੇ। ਮੁਸਲਮਾਨ ਅੱਲਾ ਕਹਿੰਦਾ ਹੈ, ਦੂਸਰਾ ਆਪਣਾ ਨਾਮ ਵਰਤਦੇ ਨੇ, ਤੁਸੀਂ ਆਪਣੇ ਆਪ ਨੂੰ ਵੱਡਾ ਕਿਉਂ ਕਹਿੰਦੇ ਹੋ? ਸਤਿਗੁਰੂ ਨੇ ਕਿਹਾ ਤੁਸੀਂ ਜਪਦੇ ਹੋ, ਜੁੜਦੇ ਨਹੀਂ। ਗੱਲਾਂ ਦੋ ਨੇ, ਇੱਕ ਜਪਣਾ, ਇੱਕ ਜੁੜਨਾ, ਦੋਵੇਂ ਜੱਜੇ ਤੋਂ ਪੈਂਦੀਆਂ ਨੇ। ਜਪਣਾ ਇੱਕ ਕਿਰਿਆ ਹੈ, ਜੁੜਨਾ ਇੱਕ ਪ੍ਰੇਮ ਹੈ। ਉਹਨਾਂ ਕਿਹਾ ਵੀ ਜਪਣਾ ਤੇ ਜੁੜਨਾ ਵੱਖਰਾ। ਕਹਿੰਦੇ ਹਾਂ। ਕਹਿੰਦੇ ਜਦੋਂ ਤੁਸੀਂ ਉਹਦਾ ਨਾਮ ਲੈਂਦੇ ਹੋ, ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਵੀ ਉਹਦੀ ਇੱਕ ਹੋਂਦ ਹੈ, ਉਹ ਵਾਹਿਗੁਰੂ ਹੈ ਮੇਰੇ ਕੋਲ ਜਿਹਨੂੰ ਮੈਂ ਜਪ ਰਿਹਾ, ਜਾਂ ਕੱਲਾ ਅੱਖਰ ਦੁਹਰਾਈ ਜਾਂਦੇ ਹੋ? ਕਹਿਣ ਲੱਗੇ ਜੀ ਅਸੀਂ ਤੇ ਅੱਖਰ ਹੀ ਦੁਹਰਾਉਂਦੇ। ਕਹਿੰਦੇ ਇਹ ਤੁਹਾਡੀ ਗਲਤੀ ਹੈ, ਅੱਖਰ ਦੁਹਰਾਏ ਜਾਂਦੇ ਹੋ, ਪਰ ਇਹ ਨਹੀਂ ਵੇਖਦੇ ਵੀ ਉਹ ਨਾਮ ਕਿਹਦਾ ਹੈ, ਉਹਦੀ ਹੋਂਦ ਨੂੰ ਪ੍ਰਤੀਤ ਨਹੀਂ ਕਰਦੇ, ਉਹਦੀ ਹਜ਼ੂਰੀ ਵਿੱਚ ਨਹੀਂ ਜਾਂਦੇ। ਤੇ ਸਤਿਗੁਰੂ ਨੇ ਐਸੇ ਨਾਮ ਜਾਪ ਨੂੰ ਕਹਿ ਦਿੱਤਾ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਿਹਨੂੰ ਜਪ ਰਿਹਾ ਉਹਦਾ ਪਤਾ ਹੀ ਕੋਈ ਨਹੀਂ, ਉਹ ਹੈ ਵੀ ਕਿਤੇ। ਇਹ ਗਲਤੀ ਪਹਿਲੇ ਮਜ਼੍ਹਬ ਕਰ ਰਹੇ ਸਨ, ਜਿਹੜੀ ਗਲਤੀ ਵਿੱਚ ਹੁਣ ਅਸੀਂ ਵੀ ਪੈਂਦੇ ਜਾ ਰਹੇ। ਅਸੀਂ ਵੀ ਸਿਰਫ ਚੀਜ਼ਾਂ ਦੀ ਕਿਰਿਆ ਤੇ ਸਟੱਡੀ ਤੇ ਦੁਹਰਾਈ ਦੇ ਦੁਆਲੇ ਆਪਣਾ ਜੀਵਨ ਕੇਂਦਰਿਤ ਕਰ ਦਿੱਤਾ ਹੈ ਕਿ ਕਿਸੇ ਚੀਜ਼ ਨੂੰ ਜਪਣਾ ਤੇ ਉਹਦੀ ਸ਼ਕਤੀ ਇਕੱਠੀ ਕਰਨੀ। ਇਹ ਜੋਗੀ ਕਰਦੇ ਸਨ, ਜਾਪ ਕਰਨਾ, ਸ਼ਕਤੀਆਂ ਇਕੱਠੀਆਂ ਕਰਨੀਆਂ। ਸਤਿਗੁਰੂ ਦਾ ਕੰਮ ਵੱਖਰਾ। ਉਹ ਕਹਿੰਦੇ ਜਿਹਨੂੰ ਜਪਣਾ ਹੈ ਉਹਦੀ ਹਜ਼ੂਰੀ ਵਿੱਚ ਰਹੋ, ਉਹਦੀ ਹੋਂਦ ਨੂੰ ਮੰਨੋ, ਇਹ ਬਹੁਤ ਵੱਖਰਾ ਹੈ, ਉਹਦੇ ਕੋਲ ਰਹੋ। ਔਰ ਸਤਿਗੁਰੂ ਨੇ ਇਸ ਮਨ ਨੂੰ ਸਮਝਾਇਆ, ਕਿਉਂਕਿ ਇਹ ਮਨ ਸਦਾ ਹੀ ਦੋ ਚੀਜ਼ਾਂ ਵਾਸਤੇ ਤਰਲੇ ਲੈਂਦਾ ਰਹਿੰਦਾ। ਉਹ ਕਿਹੜੀਆਂ ਨੇ? ਇੱਕ ਤੇ ਮਨ ਜਦੋਂ ਗੁਰੂ ਦੇ ਸਾਹਮਣੇ ਜਾਏਗਾ, ਇਹਦੀ ਅਰਦਾਸ ਇੱਕ ਹੋਵੇਗੀ, ਮੈਨੂੰ ਦੁੱਖ ਤੋਂ ਬਚਾਈ। ਮਨ ਹੀ ਨਾ ਸਾਡਾ, ਜਦੋਂ ਅਸੀਂ ਅਰਦਾਸ ਕਰਨੇ, ਹਰ ਇੱਕ ਬੰਦਾ ਕਦੀ ਨਾ ਕਦੀ ਇੱਕ ਦੋ ਦਿਨਾਂ ਬਾਅਦ, ਜਾਂ ਹਫ਼ਤੇ ਬਾਅਦ, ਜਾਂ ਮਹੀਨੇ ਬਾਅਦ, ਕੁਝ ਤੇ ਗੁਰਮੁਖ ਉਹ ਨੇ ਜਿਹੜੇ ਪਿਆਰ ਨਾਲ ਇੱਕ ਇੱਕ ਕਦਮ ਗੁਰੂ ਦਾ ਉਪਦੇਸ਼ ਸੁਣਨ ਲਈ ਆਉਂਦੇ ਨੇ, ਉਹ ਆਪਣਾ ਜੀਵਨ ਲੇਖੇ ਲਾਉਂਦੇ ਨੇ। ਕੁਝ 2 ਦਿਨਾਂ ਬਾਅਦ ਆਉਂਦੇ ਨੇ, ਜਿੰਨਾ ਜਿੰਨਾ ਕਿਸੇ ਨੂੰ ਟਾਈਮ ਮਿਲਦਾ, ਤੇ ਕੁਝ ਮਹੀਨੇ ਬਾਅਦ ਸਾਊ ਸਾਈ ਆਉਂਦੇ ਨੇ। ਤੇ ਅਰਦਾਸ ਕੀ ਨਿਕਲਦੀ? ਦੁੱਖ ਤੋਂ ਬਚਾਈ, ਦੁੱਖ ਤੋਂ ਬਚਾਈ, ਦੁੱਖ ਤੋਂ ਬਚਾਈ। ਬਸ ਇੱਕੋ ਹੀ ਅਰਦਾਸ ਹੈ, ਹੋਰ ਇਸ ਤਰ੍ਹਾਂ ਕੋਈ ਪ੍ਰੇਮ ਵਾਲੀ ਗੱਲ ਨਹੀਂ ਵੀ ਮਹੀਨੇ ਬਾਅਦ ਬੰਦਾ ਆਵੇ। ਉਹਦਾ ਕਾਰਨ ਹੀ ਬੰਦਾ ਦੁੱਖ ਤੋਂ ਡਰਿਆ। ਇੱਕ ਤੇ ਅਰਦਾਸ ਕਰੀਦੀ ਏ, ਦੁੱਖ ਤੋਂ ਬਚਾਈ। ਕਰਦੇ ਉਹ ਵੀ ਨੇ ਜਿਹੜੇ ਰੋਜ਼ ਆਉਂਦੇ, ਕੋਈ ਮਾੜੀ ਨਹੀਂ ਕਰਨੀ, ਮੈਂ ਬੇਨਤੀ ਕਰ। ਤੇ ਦੂਜੀ ਗੱਲ, ਸਾਡਾ ਮਨ ਕਹਿੰਦਾ ਵੀ ਜਿੰਨੇ ਮੇਰੇ ਕੰਮ ਨੇ ਨਾ, ਸਾਰੇ ਕੰਮ ਪੂਰੇ ਕਰਦੀ ਸਵਾਰ ਦੇ। ਇਹ 2 ਅਰਦਾਸਾਂ ਹੁੰਦੀਆਂ ਨੇ ਸਾਡੀਆਂ ਆਮ ਤੌਰ ਤੇ।
ਤੇ ਪੂਰਾ ਗੁਰੂ ਅੱਗੋਂ ਕਹਿੰਦਾ ਵੀ ਸਿੱਖਾ ਹੁਣ ਤੂੰ ਆਪਣੀ ਕਹਿ ਲਈ, ਮੇਰੀ ਤੇ ਸੁਣ ਲੈ। ਤੁਸੀਂ ਇਸ ਤਰ੍ਹਾਂ ਦਾ ਕਿਤੇ ਜੱਜ ਵੇਖਿਆ, ਇਸ ਤਰ੍ਹਾਂ ਦੀ ਅਦਾਲਤ ਵੇਖੀ ਵੀ ਜਿਹੜਾ ਉਹਦੇ ਅੱਗੇ ਆਪਣੀ ਰਿਕੁਐਸਟ ਆਪਣੇ ਵੱਲੋਂ ਤੇ ਅਪੀਲ ਦਾਇਰ ਕਰ ਦਿੰਦਾ, ਪਰ ਜੱਜ ਜਦੋਂ ਆਪਣਾ ਹੁਕਮ ਦੇਣ ਲੱਗਦਾ ਉਦੋਂ ਕਹਿੰਦਾ ਨਹੀਂ ਜੀ ਤੁਹਾਡੀ ਕੋਈ ਲੋੜ ਨਹੀਂ, ਉਦੋਂ ਕੰਨ ਬੰਦ ਕਰਕੇ ਚਲਾ ਜਾ। ਪ੍ਰੋਸੀਜਰ ਅਧੂਰਾ ਰਹਿ ਗਿਆ, ਅੱਧਾ ਰਹਿ ਗਿਆ। ਸਤਿਗੁਰੂ ਕਹਿੰਦੇ ਵੀ ਅਰਦਾਸ ਕਰਨ ਵਾਲਿਆ ਤੇਰੀ ਅਰਦਾਸ ਮੈਂ ਸੁਣ ਲਈ, ਤੇਰਾ ਮੈਂ ਹੱਲ ਵੀ ਕਰਾਂਗਾ, ਤੇਰਾ ਦੁੱਖ ਵੀ ਹਟਾਉਣਾ, ਤੇਰੇ ਕੰਮ ਵੀ ਸਵਾਰਨਾ, ਪਰ ਤੂੰ ਹੁਣ ਮੇਰੀ ਗੱਲ ਤਾਂ ਸੁਣ। ਉਹ ਕਹਿੰਦਾ ਨਹੀਂ ਜੀ ਗੱਲ ਹੋਰਾਂ ਨੂੰ ਸੁਣਾਓ, ਕੰਮ ਸਾਡੇ ਕਰੋ। ਹੋਰ ਬੜੇ ਸਿੱਖ ਨੇ, ਬੜੇ ਬੜੇ, ਸਾਡਾ ਕੰਮ ਥੋੜ੍ਹੀ ਹੈ, ਅਸੀਂ ਤੇ ਮਾੜੇ ਮੋਟੇ ਸਿੱਖ ਹਾਂ। ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਨਾਲ ਮਾੜੇ ਕਹਿ ਜਾਂਦੇ ਹਾਂ, ਫਿਰ ਮੋਟੇ ਸ਼ਬਦ ਫਿਰ ਵਿੱਚ ਆ ਜਾਂਦੇ। ਉਹ ਮਾੜੇ ਤੇ ਐਵੇਂ ਕਹਿੰਦੇ ਆਪਣੇ ਆਪ ਨੂੰ ਮੋਟੇ ਦਾ ਮਤਲਬ ਵੱਡੇ ਸਿੱਖ ਸਮਝਦੇ। ਉੱਥੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਆਪਣੇ ਸਿੱਖ ਨੂੰ ਕਹਿੰਦੇ ਜਿਹਨੇ 2 ਅਰਦਾਸਾਂ ਕੀਤੀਆਂ ਵੀ ਮੇਰਾ ਦੁੱਖ ਦੂਰ ਕਰ ਤੇ ਮੇਰੇ ਕੰਮ ਸਵਾਰ ਦੇ, ਤੇ ਪੂਰੇ ਗੁਰੂ ਨੇ ਕਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਕੀ ਹੋਏਗਾ? ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਤੇਰੇ ਦੁੱਖ ਹਟ ਜਾਣਗੇ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਤੇਰੇ ਕਾਰਜ ਵੀ ਸਵਾਰਦਾ ਹੈਗਾ ਨਾ। ਇਹ 2 ਅਰਦਾਸਾਂ ਦਾ ਜਵਾਬ ਸਤਿਗੁਰੂ ਦਿੰਦੇ ਨੇ, ਪਰ ਉਹਦੇ ਵਿੱਚ ਕਹਿੰਦੇ ਵੀ ਰੱਬ ਨਾਲ ਰਹਿਣ ਦੀ ਜਾਚ ਤਾਂ ਸਿੱਖ, ਕਲਾ ਸਿੱਖ। ਇੱਥੇ ਇਸੇ ਵਾਸਤੇ ਆਉਣਾ ਗੁਰੂ ਕੇ ਦਰਬਾਰ ਵਿੱਚ। ਸਾਡਾ ਇੱਕੋ ਹੀ ਕਾਰਜ ਹੈ, ਸਾਡੀ ਇੱਕੋ ਹੀ ਇੱਥੇ ਸਟੱਡੀ ਹੈ, ਪ੍ਰਯੋਜਨ ਇੱਕੋ ਹੀ ਹੈ ਵੀ ਸਾਨੂੰ ਕਿਵੇਂ ਰੱਬ ਨਾਲ ਰਹਿਣ ਦੀ ਜਾਚ ਆ ਜਾਏ। ਇੱਥੇ ਉਸ ਕਲਾ ਨੂੰ ਸਿੱਖਣਾ ਹੁੰਦਾ ਹੈ, ਸਹਿਜੇ ਸਹਿਜੇ ਉਹਨੂੰ ਜਾਣਨਾ ਹੁੰਦਾ ਹੈ, ਉਹਦੇ ਉੱਤੇ ਅਭਿਆਸ ਕਰਨਾ ਹੁੰਦਾ ਹੈ ਵੀ ਉਹਦੇ ਨਾਲ ਕਿਵੇਂ ਰਵੇ ਮਨੁੱਖ। ਇਹ ਸਾਡਾ ਪ੍ਰਯੋਜਨ ਹੈ। ਤੇ ਜਦੋਂ ਇਹ ਜਾਚ ਸਿੱਖਦਾ ਹੈ, ਉਹਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ, ਉਹ ਕੰਮ ਸਾਨੂੰ ਦੱਸ ਦਿੱਤੇ ਜਾਂਦੇ ਨੇ ਜਿਨ੍ਹਾਂ ਕਰਕੇ ਅਸੀਂ ਨਾਲ ਨਹੀਂ ਰਹਿ ਸਕਦੇ। ਉਹ ਸਾਡੇ ਕੰਮ ਸਤਿਗੁਰੂ ਨੇ ਬਾਣੀ ਵਿੱਚ ਦੱਸੇ ਨੇ ਜਿਨ੍ਹਾਂ ਕਰਕੇ ਸਾਨੂੰ ਵਿਛੋੜਾ ਪੈਂਦਾ, ਦੂਰੀ ਪੈਂਦੀ ਹੈ। ਤੇ ਉਹ ਵੀ ਕੰਮ ਦੱਸੇ ਜਾਂਦੇ ਜਿਨ੍ਹਾਂ ਕਰਕੇ ਸਾਡੀ ਨੇੜਤਾ ਵੱਧਦੀ, ਸਹਿਜੇ ਸਹਿਜੇ ਅਸੀਂ ਨੇੜੇ ਹੁੰਦੇ ਜਾਂਦੇ ਹਾਂ, ਉਹਦੀ ਨਜ਼ਦੀਕਤਾ ਹਾਸਲ ਹੁੰਦੀ। ਇਹ ਹੈ ਪ੍ਰਯੋਜਨ ਧਾਰਮਿਕ ਅਸਥਾਨਾਂ ਦਾ, ਇਹ ਹੈ ਪ੍ਰਯੋਜਨ ਗੁਰਦੁਆਰੇ ਦਾ। ਤੇ ਜੇ ਇਹ ਪ੍ਰਯੋਜਨ ਅਸੀਂ ਨਹੀਂ ਸਮਝਿਆ, ਫਿਰ ਸਤਿਗੁਰੂ ਕਹਿੰਦੇ ਭਾਵੇਂ 100 ਫੇਰਾ ਆਵੋ ਜਾਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਹਜ਼ੂਰ ਕਹਿੰਦੇ 1 2 4 ਨਹੀਂ, ਭਾਵੇਂ 100 ਫੇਰਾ ਆਵੋ ਜਾਓ, 100 ਵਾਰੀ ਆਓ ਤੇ ਜਾਓ, ਕੋਈ ਫਰਕ ਨਹੀਂ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਕੋਈ ਕਿਸੇ ਬੰਦੇ ਦਾ ਆਪਣਾ ਨਿੱਜੀ ਗਿਆਨ ਨਹੀਂ ਹੈ। ਇਸ ਕਰਕੇ ਇੱਥੇ ਇਹ ਸਿਖਾਇਆ ਜਾਂਦਾ ਨਾਲ ਕਿਵੇਂ ਰਹਿਣਾ, ਤੇ ਉਹਦੇ ਨਾਲ 2 ਕੰਮ ਹੋਣਗੇ, ਦੁੱਖ ਸਭ ਵਿਸਾਰਨਾ ਤੇ ਕਾਰਜ ਸਭ ਸਵਾਰਨਾ। ਫਿਰ ਅੱਗੇ ਕਹਿ ਦਿੱਤਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਉਹਦੇ ਨਾਲ ਰਹਿਣਾ। ਗੁਰੂ ਸਾਹਿਬ ਨੇ ਜਿਸ ਪੰਡਤ ਨੂੰ ਕਿਹਾ ਸੀ, ਉਹਨੇ ਕਿਹਾ ਰਾਮ ਰਾਮ ਤੇ ਮੈਂ ਵੀ ਜਪਣਾ। ਹਜ਼ੂਰ ਨੇ ਕਿਹਾ ਰਾਮ ਰਾਮ ਤੇ ਜਪਣਾ, ਰਾਮ ਤੇਰਾ ਹੈ ਵੀ ਇਹ ਕੋਈ ਜਿਹਨੂੰ ਜਪਣਾ? ਇਹ ਤੇ ਕੱਲਾ ਉਹਦਾ ਨਾਮ ਤੂੰ ਕਰੀ ਜਾਣਾ, ਉਹਦੀ ਹੋਂਦ ਨੂੰ ਪ੍ਰਵਾਨ ਕਰਨਾ, ਉਹਦੇ ਨਾਲ ਰਹਿਣਾ। ਉਹਨੇ ਕਿਹਾ ਜੀ ਛੱਡੋ, ਨਾਲ ਰਹਿਣਾ ਬੜਾ ਔਖਾ ਹੈ, ਜੇ ਰੱਬ ਨੂੰ ਨਾਲ ਲੈ ਕੇ ਤੁਰੇ ਝੂਠ ਕਿਵੇਂ ਬੋਲਾਂਗੇ? ਉਹਨੇ ਰੋਕ ਦੇਣਾ, ਉਹਨੂੰ ਕਰਨ ਦਿਓ ਰਾਮ ਸੱਚਖੰਡ ਵਿੱਚ, ਅਸੀਂ ਕੱਲਾ ਨਾਮ ਜਪਾਂਗੇ, ਮਾਲਾ ਫੇਰਾਂਗੇ, ਨਾਲ ਨਹੀਂ ਅਸੀਂ ਉਹਦੇ ਰਹਿਣਾ। ਸੱਚ ਇਹ ਹੈ ਗੁਰੂ ਨਾਲ, ਪਰਮਾਤਮਾ ਦੇ ਨਾਲ ਰਹਿਣਾ ਹੀ ਔਖਾ ਹੈ, ਉਹਦੇ ਨਾਲ ਰਹਿਣਾ ਬਹੁਤ ਕਠਿਨ। ਇਸ ਕਰਕੇ ਲੋਕ ਗੁਰੂ ਨੂੰ ਪੈਸੇ ਚੜਾਉਂਦੇ ਨੇ, ਸਭ ਕੁਝ ਕਰਦੇ ਨੇ, ਨਾਲ ਰਹਿਣ ਨੂੰ ਤਿਆਰ ਨਹੀਂ। ਗੁਰੂ ਦੇ ਨਾਲ ਰਹਿਣਾ, ਅੰਗ ਸੰਗ ਰਹਿਣਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੇ ਕਹਿੰਦੇ ਸਦਾ ਅੰਗ ਸੰਗੇ ਅਭੰਗਮ ਬੇਬੂਤੇ, ਉਹਦੇ ਨਾਲ ਰਹੋ। ਤਾਂ ਸਤਿਗੁਰੂ ਨੇ ਇਹ ਫਰਕ ਦੱਸ ਦਿੱਤਾ, ਔਰ ਇਹ ਸਾਨੂੰ ਵੀ ਦੱਸ ਰਹੇ ਨੇ ਕਿ ਤੁਸੀਂ ਜਿਹਦਾ ਨਾਮ ਜਪ ਰਹੇ ਹੋ, ਜੇ ਉਹਦੀ ਹਜ਼ੂਰੀ ਵਿੱਚ ਨਹੀਂ ਹੋ, ਉਹਦੇ ਪ੍ਰੇਮ ਵਿੱਚ ਨਹੀਂ ਹੋ, ਤੇ ਤੁਹਾਡਾ ਵੀ ਨਾਮ ਉਹੀ ਰਾਮ ਰਾਮ ਕਰਤਾ ਸਭ ਜਗ ਫਿਰੈ ਵਾਲਾ ਹੋ ਜਾਏਗਾ, ਉਹੀ ਹੋ ਜਾਏਗਾ, ਉਸੇ ਤਰ੍ਹਾਂ ਹੋ ਜਾਏਗਾ। ਤਾਂ ਇਹ ਫਰਕ ਹੈ ਗੁਰਮਤ ਦੇ ਨਾਮ ਵਿੱਚ ਤੇ ਆਮ ਨਾਮ ਵਿੱਚ, ਖਿਆਲ ਰੱਖ ਲੈਣਾ। ਇਹਦੇ ਵਿੱਚ ਬੜਾ ਭਾਰਾ ਅੰਤਰ ਹੈ।
ਜਦੋਂ ਅਸੀਂ ਉਹਦੀ ਹਜ਼ੂਰੀ ਵਿੱਚ ਹੋਂਦ ਨੂੰ ਪ੍ਰਵਾਨ ਕਰਕੇ ਤੁਰਨੇ ਆ, ਸਤਿਗੁਰੂ ਨੇ ਇਹ ਕਿਹਾ ਤੇ ਨਾਲ ਰਹਿਣ ਵਾਸਤੇ ਸਾਰੇ ਉਪਰਾਲੇ ਸੰਗਤ ਦੇ, ਗੁਰਦੁਆਰਾ ਸਾਹਿਬ ਸੇਵਾ ਸਿਮਰਨ ਬਾਣੀ ਪੜ੍ਹਨੀ, ਇਹ ਉਹਦੇ ਵਾਸਤੇ ਸਾਰੇ ਉਪਰਾਲੇ ਕੀਤੇ ਜਾਂਦੇ ਨੇ। ਤਾਂ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਆਪਾਂ ਗੁਰੂ ਵੱਲ ਆਉਂਦੇ ਆ, ਜਿਵੇਂ ਭਾਈ ਲਹਿਣਾ ਜੀ ਅਜੇ ਆਪਣੇ ਟਿਕਾਣੇ ਤੋਂ ਘੋੜੀ ਤੇ ਚੜ੍ਹ ਕੇ ਤੁਰੇ ਹੀ ਸਨ ਤੇ ਗੁਰੂ ਨਾਨਕ ਨੂੰ ਪਹਿਲਾਂ ਹੀ ਇਹ ਘੰਟੀ ਖੜਕ ਕੇ ਵੀ ਮੇਰੇ ਵੱਲ ਕੋਈ ਆ ਰਿਹਾ ਹੈ। ਜਦੋਂ ਆਏ ਨਾ ਤੇ ਸਤਿਗੁਰੂ ਅੱਗੋਂ ਨਾਲ ਤੁਰੇ ਤੇ ਨਾਲ 2-4 ਸਿੱਖ ਵੀ ਤੁਰਨ ਲੱਗੇ। ਹਜ਼ੂਰ ਕਹਿੰਦੇ ਭਾਈ ਤੁਸੀਂ ਆਪਣਾ ਕੰਮ ਕਰੋ, ਮੇਰਾ ਕੰਮ ਮੈਨੂੰ ਕਰਨ ਦਿਓ, ਮੇਰੇ ਕੰਮ ਵਿੱਚ ਦਖਲ ਨਾ ਦਿਓ, ਮੈਨੂੰ ਇਕੱਲੇ ਨੂੰ ਜਾਣ ਦਿਓ। ਇਕੱਲੇ ਜਾ ਰਹੇ ਨੇ, ਅੱਗੋਂ ਭਾਈ ਲਹਿਣਾ ਜੀ ਆ ਰਹੇ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਅੱਗੋਂ ਤੁਰੇ ਜਾਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਵੀ ਇਹੀ ਹੈ ਗੁਰੂ ਨਾਨਕ ਸਾਹਿਬ, ਕਿਉਂਕਿ ਕੱਪੜੇ ਸਿੱਧੇ ਪਾਏ ਸਨ, ਨਾਲ ਕਿਹੜਾ ਕੋਈ ਲਾਓ ਲਸ਼ਕਰ ਸੀ, ਨਾਲ ਕੋਈ ਪਤਾ ਨਹੀਂ ਸੀ ਲੱਗਦਾ। ਸਿੱਧੇ ਸਾਦੇ ਹੋ ਕੇ ਗਏ ਤੇ ਭਾਈ ਲਹਿਣਾ ਜੀ ਨੇ ਘੋੜੀ ਦੀ ਵਾਗ ਖਿੱਚੀ, ਰੋਕ ਕੇ ਵੇਖਿਆ ਵੀ ਅੱਗੋਂ ਇੱਕ ਨਾ ਬਜ਼ੁਰਗ ਆ ਰਿਹਾ, ਚਿੱਟੇ ਦਾੜੇ ਵਾਲਾ, ਖੱਦਰ ਦੇ ਕੱਪੜੇ ਪਾਏ ਨੇ, ਧੌੜੀ ਦੀ ਜੁੱਤੀ ਪਾਈ, ਪਰਨਾ ਬੱਧਾ ਸਿੱਧਾ ਜਿਹਾ ਸਿਰ ਤੇ ਤੁਰਿਆ ਆਉਂਦਾ। ਚੰਗੀ ਤਰ੍ਹਾਂ ਵੇਖਿਆ ਤੇ ਸੋਚਿਆ ਇਹ ਦੱਸੇਗਾ ਗੁਰੂ ਨਾਨਕ ਦੇ ਘਰ ਦਾ ਰਸਤਾ ਕਿਹੜਾ। ਘੋੜੀ ਰੋਕੀ, ਕਹਿਣ ਲੱਗੇ ਬਜ਼ੁਰਗਾ ਮੈਂ ਗੁਰੂ ਨਾਨਕ ਦੇ ਘਰ ਜਾਣਾ, ਮੈਨੂੰ ਰਾਹ ਦੱਸ। ਤੇ ਸਤਿਗੁਰੂ ਅੱਗੇ ਖੜੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਦਾ ਰਾਹ ਗੁਰੂ ਹੀ ਦੱਸ ਸਕਦਾ ਹੈ, ਦੂਸਰਾ ਕੋਈ ਨਹੀਂ ਦੱਸੇਗਾ। ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦਾ ਰਸਤਾ। ਸਤਿਗੁਰੂ 1 ਮਿੰਟ ਲਈ ਰੁਕੇ, ਕਹਿਣ ਲੱਗੇ ਤੂੰ ਗੁਰੂ ਨਾਨਕ ਦੇ ਘਰ ਜਾਣਾ? ਕਹਿੰਦੇ ਹਾਂ। ਕਹਿੰਦੇ ਫਿਰ ਉਹਦੇ ਘਰ ਦਾ ਰਸਤਾ ਦੱਸਿਆ ਨਹੀਂ ਲੱਭਦਾ, ਮੈਂ ਤੈਨੂੰ ਛੱਡ ਹੀ ਆਵਾਂ, ਦੱਸਣ ਨਾਲ ਨਹੀਂ ਲੱਭਦਾ, ਆ ਮੈਂ ਤੈਨੂੰ ਛੱਡ ਕੇ ਆਉਣਾ। ਕਹਿੰਦੇ ਇਸ ਤਰ੍ਹਾਂ ਦਾ ਵੀ ਕੋਈ ਰਾਹ ਹੈ? ਕਹਿੰਦੇ ਹਾਂ, ਉਹਦਾ ਘਰ ਹੀ ਇਸ ਤਰ੍ਹਾਂ ਦਾ ਹੈ, ਉੱਥੇ ਦੱਸਣ ਨਾਲ ਨਹੀਂ ਪਤਾ ਲੱਗਦਾ, ਉਹਦੇ ਅੱਗੇ ਕੋਈ ਨਾ ਕੋਈ ਉਹਦੀ ਬਾਗ ਫੜ ਕੇ ਤੁਰੇ ਤੇ ਤਾਂ ਬੰਦਾ ਪਹੁੰਚਦਾ ਉੱਥੇ। ਲੜ ਫੜ ਕੇ ਤੁਰੇ। ਸਤਿਗੁਰੂ ਨੇ ਘੋੜੀ ਦਾ ਕੜਿਆਲਾ ਫੜ ਲਿਆ ਤੇ ਭਾਈ ਲਹਿਣਾ ਵੇਂਦਾ ਵੀ ਇਹ ਬਜ਼ੁਰਗ ਬੜੇ ਕਮਾਲ ਦਾ, ਜਿਹੜਾ ਇੰਨਾ ਹੀ ਰਸਤਾ ਦੱਸਣ ਵਾਲਾ ਹੈ। ਵੈਸੇ ਗੁਰੂ ਨੂੰ ਇਹ ਸ਼ਬਦ ਗੁਰੂ ਵਾਸਤੇ ਵਰਤੀ ਤਾਂ ਕਿ ਉਹ ਸਿੱਖ ਦੇ ਅੱਗੇ ਤੁਰਦਾ, ਉਹਦੀ ਜ਼ਿੰਦਗੀ ਦਾ ਕੜਿਆਲਾ ਫੜ ਕੇ ਤੁਰਦਾ, ਪਰ ਕਿਸੇ ਵਿੱਚ ਹਿੰਮਤ ਹੋਵੇ ਸੇ ਆਪਣੀ ਜ਼ਿੰਦਗੀ ਦੀ ਵਾਗਡੋਰ ਗੁਰੂ ਦੇ ਹੱਥ ਫੜਾ ਦੇ, ਕੌਣ ਵਿਸ਼ਵਾਸ ਕਰੇਗਾ? ਅਸੀਂ ਪੁੱਛਦੇ ਗੁਰੂ ਨੂੰ ਆ ਤੇ ਮੋਹਰ ਗੁਰੂ ਦੀ ਲਵਾ ਕੇ ਮਰਜ਼ੀ ਆਪਣੀ ਕਰਨੀ ਚਾਹੁੰਦੇ। ਮਨੁੱਖ ਚਾਹੁੰਦਾ ਗੁਰੂ ਤੋਂ ਹੁਕਮ ਵੀ ਲਵਾਂ, ਪਰ ਫਿਰ ਵੇਖਾਂਗੇ ਜਾ ਕੇ, ਸੋਚਾਂਗੇ। ਸਾਡੀ ਇਹ ਆਮ ਹਾਲਾਤ ਹੈ। ਗੁਰੂ ਨੂੰ ਨਾਲ ਰੱਖਣਾ ਹੈ, ਪਾਠ ਕਰਾਉਣਾ ਹੈ, ਸਭ ਕੁਝ ਕਰਨਾ ਹੈ, ਪਰ ਕੰਮ ਵਿੱਚ ਫਾਈਨਲ ਕੀ ਕਰਨਾ ਹੈ ਉਹਦੀ ਫੈਸਲਾ ਮੈਂ ਆਪ ਕਰਾਂਗਾ। ਇੱਥੇ ਸਾਡਾ ਸੰਬੰਧ ਟੁੱਟ ਜਾਂਦਾ। ਬਸ ਗੁਰੂ ਦਾ ਇਹ ਸ਼ਰਤ ਹੀ ਹੈ ਵੀ ਸਤਿਗੁਰਾਂ ਦੀ ਜਾਂ ਤੇ ਤੁਰ 100% ਤੁਰ, 1 2 4 10 20 ਵਾਲਿਆਂ ਨਾਲ ਨਿਭਦੀ ਨਹੀਂ, ਉਹ ਰਾਹ ਵਿੱਚ ਟੁੱਟ ਜਾਂਦੀ ਹੈ। ਕੜਿਆਲਾ ਫੜਾ ਦਿੱਤਾ ਤੇ ਭਾਈ ਲਹਿਣਾ ਘੋੜੀ ਤੇ ਬੈਠੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਅੱਗੇ ਅੱਗੇ ਤੁਰੇ ਜਾਂਦੇ ਨੇ। ਜਿੱਥੇ ਘਰ ਸੀ, ਘਰ ਲਿਆ ਕੇ ਅੱਗੇ ਦਰਵਾਜ਼ੇ ਦੇ ਘੋੜੀ ਰੋਕ ਦਿੱਤੀ ਤੇ ਕਹਿਣ ਲੱਗੇ ਪੁਰਖਾ ਆ ਬਾਬੇ ਨਾਨਕ ਦਾ ਘਰ ਹੀ ਜਾ, ਇੱਥੇ ਘੋੜੀ ਬੰਨ ਲੈ ਕਿੱਲੇ ਤੇ, ਅੰਦਰ ਦਰਸ਼ਨ ਕਰ ਲੈ ਜਾ ਕੇ। ਭਾਈ ਲਹਿਣਾ ਜੀ ਘੋੜੀ ਤੋਂ ਉਤਰਨ ਲੱਗੇ, ਕਿੱਲੇ ਤੇ ਬੰਨੀ। ਇਹਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਫਿਰ ਜਾ ਕੇ ਤਖਤ ਤੇ ਚੌਂਕੜਾ ਮਾਰ ਕੇ ਬਹਿ ਗਏ। ਜਦੋਂ ਭਾਈ ਲਹਿਣਾ ਜੀ ਵਲ ਕੇ ਆਏ ਨਾ, ਦਰਸ਼ਨ ਕਰਨ ਲੱਗੇ, ਨੇੜੇ ਆਏ ਤੇ ਹੈਰਾਨ ਹੋ ਗਏ ਤੇ ਉਹੀ ਬਜ਼ੁਰਗ ਜਿਹੜਾ ਮੈਨੂੰ ਅੱਗੋਂ ਲੈਣ ਗਿਆ ਸੀ ਉਹ ਹੀ ਆ ਰਿਹਾ, ਉਹ ਬੈਠੇ ਹੋਏ ਨੇ, ਸਿਰ ਝੁਕਿਆ ਤੇ ਅੱਖਾਂ ਵਿੱਚ ਪਛਤਾਵੇ ਦਾ ਪਾਣੀ ਗਿਰਨ ਲੱਗਾ। ਹਜ਼ੂਰ ਨੇ ਉੱਠ ਕੇ ਬਾਂਹ ਫੜੀ, ਕਹਿੰਦੇ ਲੈਣਿਆ ਕੀ ਗੱਲ, ਤੇਰੇ ਚਿਹਰੇ ਤੇ ਮਾਯੂਸੀ ਕਿਉਂ, ਤੇਰੀਆਂ ਅੱਖਾਂ ਵਿੱਚ ਪਾਣੀ ਕਿਉਂ? ਕਹਿਣ ਲੱਗੇ ਮਹਾਰਾਜ ਪਹਿਲੇ ਦਿਨ ਆਇਆ ਸਾਂ, ਪਹਿਲੇ ਦਿਨ ਗਲਤੀ ਕਰ ਲਈ। ਕਾਹਦੀ ਗਲਤੀ? ਮੈਂ ਘੋੜੀ ਤੇ ਚੜ ਕੇ ਆਇਆ, ਤੁਸੀਂ ਤੁਰਦੇ ਆਏ। ਪਹਿਲੇ ਦਿਨ ਗੁਰੂ ਦੀ ਬੇਅਦਬੀ ਪਹਿਲੇ ਦਿਨ ਕਰ ਬੈਠੇ। ਸਤਿਗੁਰੂ ਨੇ ਕਿਹਾ ਲੈਣਿਆ ਇਹ ਕੋਈ ਬੇਅਦਬੀ ਨਹੀਂ,
असल विच मेरा सुभाव ही ये है, जेड़ा अंदर प्यार लैके आउंदा है, लैणिया अज नहीं, जिन्ना चिर धरती कायम रहेगी, भावें कोई भी मनुख तेरे वर्गी शरधा लैके मेरे घर वाल आवेगा, मैं भावें रूप केड़ा वरत लवां, उस बंदे की मैं अगवाई करांगा, उन्होंने मैं आप लैके आवां। इस करके गुरु कोल आउण वास्ते पारखू दृष्टि की जरूरत नहीं है, गुरु कोल आउण वास्ते संपूर्ण शरधा की जरूरत है। पारखू दृष्टि की इत्थे लोड़ नहीं। उन्हां कोल किहड़ी पारखू दृष्टि सी, उन्हां किहड़ा पहचानिया सी, वैसे ही आए बिना पहचानन तो, बिना किसी दे पुछण तो। सतगुरां ने कहा जदों भी कोई मेरे वल आउंदा मैं उहदी अगवाई करना, मैं उहदा कड़जाला फड़ के तुरना। इस तरह मैं बेनती कर रहा सा भी भाई लहणे का पहला दिन गुरु नानक साहब ने उन्होंने आप सत्कार दे के अपने घर में रखा और फिर 7 साल उन्होंने अपने कोल रखा। गुरु नानक साहब सच्चे पातशाह जी दे कोल रहिंदियां उन्होंने जिथे सेवा की, उत्थे ज्ञान की प्राप्ति की, उत्थे उन्होंने भाई लहणा जी ने उन्होंने तो विद्या सीखी और गुरमुखी विद्या के माहिर बने। मैं भी विच बेनती करनी चाहना, गुरु नानक साहब ने लिपि अपनी चलाई सी, गुरमुखी लिपि जिन्हों कहते, भाई लहणा जी ने ते गुरु नानक साहब ने मिल के सानू एक भाषा दी है और साडा सारियां दा एक फर्ज बनता, भावें असीं किहड़े देश विच रहीए, किहड़ी भाषा पढ़ीए, किस भाषा विच सानू काम करना पवे, किहड़े स्कूल विच जाइए, किसी कंपनी विच असीं नौकरी करने आ, पर साडा एक फर्ज है कि हर एक सिख नूं पंजाबी नहीं गुरमुखी आउणी चाहिदी है। पंजाबी शब्द वरतने से ये प्रचलित हो चुका है। पंजाबी सिर्फ एक बोली है, पर जिस विच बाणी लिखी हुई है वो पंजाबी नहीं, पंजाबी एक बोली है, उन्होंने किसी भी भाषा विच लिखा जा सकता। असीं पंजाबी नूं हिंदी विच भी लिख सकते हैं, पर जिहड़ी सतगुरां ने बाणी दे अखर बनाए ना, गुरु अंगद देव जी ने बनाए, गुरु नानक साहब जी ने उन्होंने आरंभता की, ये जिहड़े अखर सन इनू नाम दिता गुरुमुखी, यानी कि गुरु के मूँह तो निकली हुई भाषा, जिसनों गुरु ने कढ़िया, गुरु ने अखर बनाए ने, जिसने ये भाषा गुरमुखी तैयार की। ते सतगुरु उस वेले करतारपुर दे विच जिहड़े अपने जीवन के अखीरले 7 साल सन, उन्होंने एक साल एक दिन मनुख के संपूर्ण जीवन नूं तस्वीर देंदियां कि किवें सिख का जीवन चलेगा। एक चीज़ उन्होंने कही, आप एक पंक्ति नूं विचारन का यतन करांगे। आप जी ने एकाग्रता बख्शिश करनी। भाई गुरदास साहब कहते जारत कर मुल्तान दी, फिर करतारपुरे नूं आया। जिन्हां ने कल का प्रसंग सुनिया सी, उन्होंने मुल्तान की घटना सुनी होगी कि मुल्तान अंदर सतगुरां ने जदों उन्हां पीरां कोल गए तो उन्होंने दुध का कटोरा भर के भेजिया सी और उहदे विच खबर भेजी सी कि इत्थे हुण तुहाडे वास्ते थां नहीं है, मुल्तान भरिया होया। गुरु साहब ने एक छोटा जिहा फुल चमेली का चुकिया, उस दुध ते रख के वापसी एक खबर दे दी सी कि जिहड़ा धार्मिक मनुख है, जिहदे अंदर परमात्मा की बख्शिश वरत गई, वो किसी का थां नहीं मिलता, वो हौमै रहत हो गया। ये तो सतगुरु ने सिखाया सारे जीवन दे विच, मनुख बोझ ना बने, दूजे नूं ठोकर ना दवे, दूजे नूं ठोकर ना दे, थां ना मले किसी का, ते थां वो ही ना मलेगा जिहदा अपना थां होवेगा, जिन्हें थां बना लिया गुरु के चरणों में। मैं बेनती कर रहा भी मनुख दे वो ही सकता जो कोल है, दान वो ही कर सकेगा। ये उन्होंने सिखाया दान की करोगे, जो कुछ साडे कोल है वो ही साडे तो दान हो जाएगा।
एक सज्जन का जिक्र विच आउंदा उन्हां दे जीवन विच कि ये बली कंधारी जिहदा नाम सी, जिहदे तो पानी की मंग की गई। कई बारी भाई मरदाना साहब नूं एक बारी भेजिया, 2 बारी भेजिया, 3 बारी भेजिया, ते जदों चौथी बारी भेजन लगे वो इनकार करता रहा पानी तो। ते भाई मरदाना कहते महाराज तुसीं वार-वार मैनूं भेजदे हो, वार-वार झिड़कां पैंदियां ने। हजूर ने कहा मरदानिया तू मेरे वास्ते झिड़कां नहीं खा सकदा। फिर बेचारे तुर पे। तो सतगुरु ने जदों पानी उस चश्मे चों कढ़िया, वली कंधारी ने उत्तों पत्थर सिटिया। तुसीं साखी सुनी, सब कुछ होया। ते बाद विच भाई मरदाना जी पुछदे महाराज एडा वड्डा धर्मी बंदा अपने आप को समझदा, टिल्ले ते रहिंदा, मुरीद आउंदे ने, लाइनां लगदियां, सब कुछ हुंदा, इन्ना सख्त आदमी जिहड़ा अपने नाल दी जमात दे बंदे वेख के खुणस जांदा है। ख्याल रखो, धर्मी बंदे दी एक निशानी है, धर्मी बंदे दी निशानी उहदी बरादरी आवेगी ना तो खुश होवेगा उहदे नाल दे। तुसीं आम तौर पर वेखोगे धर्मी जगत दे विच उहदी बरादरी दे बंदे आउण ते उहदा चेहरा उड़ जा जाएगा भी क्यों नहीं। हजूर ने कहा मरदानिया ये धर्मी नहीं, ये धर्मी बंदे की निशानी नहीं। किसी फकीर नूं अपने नाल दे नूं वेख के उहदे अंदर मायूसी आ जाए। कहंदे इन्हें पत्थर सिटिया ते सतगुरु ने वचन कीता सी मरदानिया जिहदे अंदर पत्थर ने वो बाहर भी पत्थर ही सिटेगा, होर इहदे कोल किहड़ा अमृत है। बाहर बंदा वो ही देगा। असीं कहने किसी नूं कुछ चंगा दईए, ख्याल रखिए, किसी नूं कुछ दान करिए। मैं दोपहर भी ये बेनती कर रहा सा दान के संबंध विच, दान असीं वो ही कर सकांगे जो साडे कोल है। वो करन तो बिना ही दान हो जाएगा, उसका करना ही नहीं पाएगा। जिहड़े उच्चे जीवन वाले लोग ने उन्हां नूं किसी नूं कुछ देना नहीं पैंदा, उन्हां दी होंद दे विचों दान अपने आप डुल डुल के पैंदा है। जिथे वो होण उन्हां दा प्रभाव ही दान वर्गा हुंदा है, जिथों लंघण वो दान हो ही जांदा है। कहण तो भाव सतगुरां ने उस वेले मुल्तान दे पीरां नूं एक गल आखी सी, कहंदे धर्म दी ये निशानी नहीं कि दूजे नूं बर्दाश्त नहीं करना। उहदा ते विहड़ा ही इन्ना वड्डा है, रब दा ते उहदी ते बुकल इन्नी वड्डी, उहदे विच ते सारा ब्रह्मंड समा जांदा है। तुसीं रब दे फकीर हो के एक बंदे तो घबरा गए, उत्थों वापस मुड़ के आए ते सतगुरु ने इत्थों सिख पंथ की आरंभता की। करतारपुर साहिब जिथों सिखी की शुरुआत हुई है, सिखी का सब तो पहला शहर है करतारपुर साहिब। भावें आपां मनने आ कि ननकाना साहिब गुरु नानक साहिब जी का जन्म स्थान है, पर वो सिर्फ जन्म स्थान है, सिर्फ जन्म स्थान। ये करतारपुर साहिब है। ये करतारपुर साहिब सिखी का पहला केंद्र है, जिथों सिखी की आरंभता हुई। जिवें हुण दीवान सजदे ने, कीर्तन हुंदा है, प्रकाश हुंदा है, अमृत वेले जपजी साहिब पढ़िया जाता। ये सारिया चीज़ों की आरंभता करतारपुर साहिब की धरती ते हुई सी। सतगुरु ने उत्थे मर्यादा सिखाई। सोदर आरती गाविए अमृत वेले जाप उचारा, अमृत वेले जपजी साहिब पढ़िया जाता सी ते शाम नूं सोदर जिहड़ा रहरास साहिब का पाठ करने आ। उस वेले गुजरी महला चौथा ते पंजवां गुरु अर्जन देव पातशाह जी का शब्द ये मौजूद नहीं सन। सिर्फ सोदर जिहड़ी सी पहली वो पढ़ी जाती सी ते आसा राग दे पहले 2 शब्द ये उचारण किए जाते सन। ये मर्यादा बनाई। भाई गुरदास साहब कहते जारत कर मुल्तान दी, फिर करतारपुरे नूं आया। फिर सतगुरु करतारपुर साहिब की धरती ते आ गए ते भाई साहब कहते चढ़े सवाई देह देही कलयुग नानक नाम ते आया। कलयुग दे विच जिहड़ी सब तो वड्डी सिक्ख्या दित्ती वो किहड़ी सी? सतगुरां कोल जिहड़े लोग आउंदे सन उन्हां नूं एक बड़ी वड्डी गल समझाई। अगली पंक्ति है विण नावै होर मंगना
सिर दुखां दे दुख सुभाया। क्योंकि इस धरती की रवायत रही है, जिथे कोई पीर फकीर, जिथे कोई गुरु, जिथे कोई पैगंबर आया है, संसार के लोग वहीरा घत के उहदे कोल पहुँचते ने। बहुत घट होंदे ने जिहड़े उहदे तो रब दे प्यार की दात मंगते हैं। नहीं तो बहुता जगत उस रब दे प्यारे कोलों भी संसार ही मंगते। सतगुरां कोल भी बहुत लोग आए, उन्होंने भी दातां मंगियां, ते सतगुरु ने कहा बिन नावै होर मंगना। जे तुसी इस घर विचों मंगना है ते नाम दी दात मंगो। जे तुसी कुछ होर मंगदे हो तां सिर दुखां दे दुख सुभाया। सतगुरु ने नाम की गल की। कलयुग नानक नाम ते आया। कहते इस कलयुग दे विच जे तुसी रब दे घरों कुछ मंगना है, तुसी नाम की दात उहदे कोलों मंगो। आओ प्यार सहित एक बारी पढ़िए, सारिਆਂ ਦਾ मन जुड़े। विसर नाहीं दातार, विसर नाहीं दातार, विसर विसर नाहीं दातार, विसर नाहीं दातार। अपना नाम दे हो, अपना नाम दे हो, अपना गुण गावा दिन रात, गुण गावा दिन रात। गुण गावा दिन रात, गुण गावा दिन रात। नानक चाओए हो, नानक चाओए हो, नानक किते किते सिखा ने बेनती की कि आप कले नाम की गल करते हो, नानक के घर केवल नाम कहते हो। ते फिर इस सिख नूं जिहड़ा तुहाडे कोल आया है, जिहड़ा नाम जपदा है, इहनूं शरीर के गुजारे की लोड़ नहीं, इहनूं कोई संसार की चीज़ नहीं चाहिए, इहनूं मकान नहीं चाहिए, इहनूं धन नहीं चाहिए। सतगुरु ने क्या चाहिए? कहते मैं ते अपने रब दे अगे दोवें हाथ जोड़ के ये कहन नूं तैयार हाँ भी जेड़ा मेरा सिख है ना, जेड़ा मेरे को आया है, इहदा घर तू इन्ना सोहना बना दे जिहदियां कंधां हेरियां दियां होण। ख्याल रखना, ये ख्याल जिहड़ा चलदा ना गुरमत विच भी नाम मंगना चाहिए, पदार्थ नहीं, ये सिर्फ तां है क्योंकि आम साडा झुका रहिंदा ही संसार वाला है। ये विचार ते तां जोर दिती गए बाणी विच, माया नूं कंडम करन दा यतन कीता गया। हजूर ने कहा एडा सोहना घर होवे मैं चाहुंदा, मैं नहीं कहता भी मेरा सिख कंगाल होवे, उहदे घर दी छत डिगन नूं होवे, कपड़े पाटे होण, उहदी जेब विच रुपया एक ना होवे, वो मंगदा फिरे, उहदा काम कोई ना सरे। मैं ये नहीं कहता, पर मैं ये कहना भी किते एडा सोहना मकान हो जाए, सिख सारा दिन मकान नूं जफा मार के बैठा रहे, उन्होंने जपजी साहब पढ़ना भुल जाए, ये खतरा है। मैं कहना भी सिख को चार पैसे आ जान ते उन्होंने गुरु ही भुल जाए, उन्होंने गुरु की बाणी ही भुल जाए, उन्होंने गुरुद्वारा ही भुल जाए। मैं तां ये कहना, सतगुरु ने शब्द उचारिया, मोती ता मंदिर उसरै, रतनी ता होए जड़ाओ, कस्तूर कुंगू अगर चंदन लीप आवे चाओ। एडा सोहना घर मेरे सिख कोल होवे,
पर अगे कह दिता इस घर नूं वेख के, संसार नूं वेख के मत देख, इनू वेख के मता किदे भूलां, मेरा सिख रब नूं भुले, गुरु नूं भुल जाए, तेरा चित ना आवे नाम, ਉਹਦੇ ਚੇਤੇ ਵਿੱਚੋਂ ਰੱਬ ਦਾ ਨਾਮ ਹੀ ਨਿਕਲ ਜਾਏ ਚੀਜ਼ਾਂ ਪਾ। ਪੁੱਛਣ ਵਾਲੇ ਨੇ ਹੋਰ ਪੁੱਛਿਆ, ਮਹਾਰਾਜ ਜੇ ਉਹਦਾ ਚਿੱਤ ਨਾਮ ਤੋਂ ਖਾਲੀ ਹੋ ਗਿਆ ਫਿਰ ਕੀ ਹੋ ਜਾਏਗਾ, ਫਿਰ ਕੀ ਨੁਕਸਾਨ ਹੈ? ਤੇ ਸਤਿਗੁਰੂ ਨੇ ਉਹਦੇ ਜਵਾਬ ਵਿੱਚ ਫਿਰ ਅੱਗੇ ਕਿਹਾ, ਹਰ ਬਿਨ ਜੀਓ ਜਲ ਬਲ ਜਾਓ, 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 ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ पूछ देखिया, मैं अपना गुर पूछ देखिया, मैं अपना गुर पूछ देखिया, मैं अपना गुर पूछ देखिया। अवर नाही थाऊ, अवर नाही थाऊ, अवर नाही हर बिन जियो जल बल जाओ, हर बिन जियो जल बल जाओ, हर बिन जियो जल बल जाओ, हर बिन जियो जल बल जाओ। ਜਿਹੜੇ ਵੀ ਉਪਦੇਸ਼ ਪੁਕਾਰ ਕੇ ਕਹੇ ਗਏ ਨੇ ਬਾਣੀ ਵਿੱਚ, ਉਹ ਕੋਈ ਸੰਸਾਰ ਵਿੱਚ ਮੰਨੇ ਨਾ ਮੰਨੇ, ਇਹਦੇ ਨਾਲ ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ। ਧਿਆਨ ਦੇਣਾ, ਕਈ ਵਾਰੀ ਲੱਗਦਾ ਵੀ ਗੁਰੂ ਸਾਹਿਬ ਨੂੰ ਕੀ ਲੋੜ ਸੀ, ਜਾਂ ਅੱਜ ਤੱਕ ਬਾਣੀ ਪੁਕਾਰਦੀ ਹੈ, ਕੀ ਜ਼ਰੂਰਤ ਸੀ? ਜੇ ਉਹਨਾਂ ਨੂੰ ਆਪ ਰੱਬ ਵੱਲੋਂ ਬਰਕਤ ਮਿਲੀ ਆਪਣੀ ਮਾਣ ਦੇ, ਜਾਂ ਅੱਜ ਵੀ ਜਿਹਨੂੰ ਮਿਲੀ ਹੈ, ਪਰ ਨਹੀਂ, ਇਹ ਸੁਭਾਅ ਰੱਬ ਦਾ ਹੈ। ਕਿਹੜਾ ਸੁਭਾਅ? ਸੰਸਾਰੀ ਦਾ ਤੇ ਸੰਤ ਦੇ ਸੁਭਾਅ ਵਿੱਚ ਇਹ ਫਰਕ ਹੈ। ਸੰਸਾਰੀ ਦਾ ਸੁਭਾਅ ਜਿਹੜਾ ਹੈ, ਉਹਦੇ ਕੋਲ ਜੋ ਕੁਝ ਆ ਜਾਏ, ਧਨ ਆ ਜਾਏ, ਉਹਦਾ ਯਤਨ ਹੁੰਦਾ ਕਿਤੇ ਗੁਆਂਢੀ ਕੋਲ ਨਾ ਆ ਜਾਏ। ਤੁਸੀਂ ਕਦੇ ਵੇਖਣਾ, ਕਿਉਂਕਿ ਸੰਸਾਰੀ ਬੰਦੇ ਦਾ ਵੱਡਪਣ ਇਸ ਗੱਲ ਤੇ ਖੜਾ ਜੇ ਉਹਦੇ ਨਾਲ ਤਾਂ ਗੁਆਂਢੀ ਥੋੜਾ ਜਿਹਾ ਉਹਦੇ ਤੋਂ ਨੀਵਾਂ ਹੈ, ਛੋਟਾ ਹੈ। ਸੰਸਾਰ ਦਾ ਰਜੇਵਾਂ ਇਸ ਗੱਲ ਤੇ ਖੜਾ ਹੈ, ਇੱਕ ਬੰਦਾ ਆਪਣੇ ਆਪ ਨੂੰ ਰਜਿਆ ਤਾਂ ਹੀ ਮੰਨਦਾ। ਕਦੋਂ ਮੰਨਦਾ? ਉਹ ਕਹਿੰਦਾ ਪੁੱਛ ਕੇ ਆ ਗੁਆਂਢੀ ਥੋੜਾ ਜਿਹਾ ਭੁੱਖਾ ਹੈ, ਫਿਰ ਕਹੇਗਾ ਮੈਂ ਰੱਜਿਆ। ਜੇ ਉਹ ਵੀ ਰੱਜ ਗਿਆ ਫਿਰ ਮੇਰੇ ਰਜੇਵੇਂ ਦਾ ਕੀ ਫਾਇਦਾ? ਇਹ ਉਹਦੀ ਕਸਵੱਟੀ, ਉਹਦਾ ਪੈਮਾਨਾ ਹੈ। ਇਹ ਸੰਸਾਰੀ ਸੁਭਾਅ ਹੈ। ਪਰ ਜਿਹੜਾ ਰੱਬ ਦਾ ਸੰਤ ਹੈ ਤੇ ਪ੍ਰਮਾਤਮਾ ਦਾ ਗੁਰੂ ਦਾ ਸੁਭਾਅ ਕਿਵੇਂ ਦਾ ਹੈ? ਉਹ ਕਹਿੰਦਾ ਵੀ ਜਿਹੜਾ ਹੀਰਾ ਮੈਨੂੰ ਲੱਭਾ ਹੈ ਸਿੱਖੀ ਦਾ, ਕਿਉਂ ਨਾ ਦੂਜਿਆਂ ਨੂੰ ਵੀ ਲੱਭ ਜਾਏ। ਉਹਨੂੰ ਕੋਈ ਕੰਜੂਸੀ ਨਹੀਂ, ਉਹਦੇ ਮਨ ਦੇ ਵਿੱਚ ਕੋਈ ਕੰਜੂਸੀ ਨਹੀਂ, ਕੋਈ ਇਸ ਤਰ੍ਹਾਂ ਦਾ ਫਿਕਰ ਨਹੀਂ, ਕੋਈ ਚਿੰਤਾ ਨਹੀਂ। ਯਾਦ ਰੱਖਣਾ, ਜਿੰਨਾ ਚਿਰ ਇਹ ਬਿਰਤੀ ਰਹਿੰਦੀ ਹੈ, ਜਿੰਨਾ ਚਿਰ ਇਹ ਸੁਭਾਅ ਰਹਿੰਦਾ ਹੈ ਕਿ ਮੇਰੇ ਕੋਲ ਜੋ ਕੁਝ ਹੈ ਦੂਜਿਆਂ ਕੋਲ ਨਾ ਹੋਵੇ, ਮੈਂ ਵੱਡਾ ਹੋਵਾਂ। ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਉਹਨਾਂ ਨੂੰ ਸਮਰਪਿਤ ਦੀਵਾਨ ਸੀ, ਤੇ ਇੱਕ ਥਾਂ ਤੇ ਬੇਨਤੀ ਕਰਦਿਆਂ ਮੈਂ ਬੇਨਤੀ ਕੀਤੀ ਸੀ। ਬਾਬੇ ਬੁੱਢੇ ਤੇ ਬੜੀ ਕਿਰਪਾ ਸੀ, ਬੜੀ ਰਹਿਮਤ, ਪਰ ਉਸ ਰਹਿਮਤ ਨੂੰ ਜਰਿਆ ਵੀ ਉਸੇ ਸ਼ਖਸੀਅਤ ਨੇ। ਉਹ ਰਹਿਮਤ ਕਿਹੜੀ ਸੀ? ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਤੇਰੇ ਤੇ ਮੇਰੇ ਵਿੱਚ ਫਰਕ ਕੋਈ ਨਹੀਂ। ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੇਰੇ ਤੋਲੇ ਕਦੀ ਨਾ ਹੋਸਾਂ। ਗੁਰੂ ਅਮਰਦਾਸ ਜੀ ਨੇ ਕਿਹਾ ਸਿੱਖੀ ਦੀ ਹੱਦ ਹੈ। ਮੈਂ ਕਈ ਵਾਰੀ ਸੋਚਣਾ
कि असी तो किसी आम वड्डे बंदे को 2 मिनट खलो जाइए दूजिਆਂ ਨੂੰ ਵਿਖਾਉਣ वास्ते, तो साढ़े विच हंकार पैदा हो जाता है। दूजिਆਂ ਨੂੰ ਅਸੀਂ ਵਿਖਾਉਣ ਦਾ ਯਤਨ करने, मेरी फलाने बंदे नाल गल है। साढ़े अंदर की हालत उस वेले निमरता विचों निकल के अहंकार वाले पासे तुर पैंदी है। उस बाबे बुढ़े विच किन्नी योगता, किन्नी निमरता होवेगी, जिन्हों मंगण तो बिना गुरु ने 3 वारी अवार्ड दिता, 3 वारी सन्मान दिता, शब्द दिते भी तू ये है। अज तक क्या जाता इन्ना सन्मान, इन्ना सन्मान, इन्नी सेवा। 112 साल गुरु घर विच रह के सेवा की, पर जिन्ना वड्डा, जिन्नी वड्डी सेवा सी उन्ना वड्डा त्याग सी बाबे बुढ़े विच। उन्होंने 5 गुरु साहिबान नूं गुरता गद्दी ते बिठाउण दी रस्म अदा की अपने हत्थां नाल। 100 साल गुरु नानक दी गद्दी नूं सामने वेंदे रहे, ते योगता भी है सी विच। गुरु ने यह भी कह दिता सी मेरे वाला काम हुण बाबा बुढ़ा करेगा, बराबरता दे दिती सी। पर उस शख्सियत विच किन्नी जरन शक्ति ते गहराई होवेगी कि किते एक बारी इतिहास विच उन्हां दे मन विच भी नहीं आया कि शायद गुरता गद्दी ते अगली बारी मैं बैठ जावां। अगली बारी नहीं तो तुसीं वेख्या असीं एक अखंड पाठ साहिब गुरुद्वारे करा दईए तो मन विच कई सुपने लैन लग पैंदे अगली बार दे। थोड़ी जी 4 दिन सेवा कर लईए तो अगली बारी तो सुपने लैन लग पैंदे। तो जे साध संगत जी सानू किसी ओहदे तो हटा दईए फिर आपां गुरुद्वारा साहिब दिसदे ही कोई नहीं किते। इहदा मतलब साडी सिੱਖੀ किवें दी है ते बाबे बुढ़े दी सिੱਖੀ किवें दी सी। जे ओहदा है तो असीं गुरुद्वारे, जे ओहदा नहीं तो पता नहीं कित्थे। इह ओह किवें दे सिੱਖ सन, किवें दी उन्हां विच बरकतां सन, जिन्हां ने इन्ना कुछ पा के भी अपने आप नूं इन्ने धीरज विच, इन्ने टिकाव विच रखिया। ऐसे सिख गुरु साहब ने तैयार कीते। अज भी गुरु ग्रंथ साहब इस तरह के गुरसिखां नूं तैयार करते हैं। गुरु वो ही है, कोई फर्क नहीं, पर उन्हां दियां शख्सियतां नूं, उन्हां दे गुणां नूं जानना ते सीखना अत जरूरी है। भाई गुरदास साहब कहते हैं जदों उस थां ते आए ना, करतारपुरे चढ़े सवाई देह देही दिनों दिन, उत्थे गुरसिख आउंदे ने, लोग आउंदे ने, विचार गोष्ठियां होंदियां ते दिनों दिन उत्थे देह देहीदार थे चढ़दी कला हुंदी जांदी। ते सतगुरु सारियां नूं उपदेश दिंदे ने कलयुग नानक नाम ध्याया। सारियां नूं इक्को ही चीज़ नाल जोड़दे ने, रब दे नाम नाल, और ये समझाउंदे बिन नावै होर मंगणा, सिर दुखां दे दुख सवाया, नाम तो बिना दुख है। जे तुहानूं संसार का भी सुख चाहिए, जिथे नाम आ गया संसार के सुख नाम की छां हन, उत्थे अपने आप आ जाते हैं। फिर भाई साहब कहते मारिया सिक्का जगत विच, नानक निर्मल पंथ चलाया। सिक्के का अर्थ है मोहर लानी, मर्यादा बनानी। गुरु साहब ने सिख सिखां की रहत बनाई, मर्यादा बनाई। उतों मर्यादा शुरू हुई सी, मर्यादा बनी भी किवें सिख ने रहना है, किवें बहना है, किवें उठना है, किवें बोलना है, सब कुछ उदों दस्या। और फिर कहते नानक निर्मल पंथ चलाया, एक पंथ चला दिता निर्मल। और इसे निर्मल नूं बाद विच गुरु गोबिंद सिंह जी ने खालसा कह दिता। निर्मल दे ते खालसे अखर दे इक्को ही शब्द अर्थ ने। थापिया लहना जीवदे, गुरियाई सिर छत्र फिराया। अपने शरीर दे हुंदियां ही उन्होंने अपने वर्गे गुरु अंगद देव जी नूं तैयार करके पूरी तरह परख के ते गुरता गद्दी ते बिठा के उन्हां दे सीस दे उत्ते छत्र चला दिता। ज्योति जोत मिलायक सतगुरु नानक रूप वटाया। अपनी जोत ते भाई लहणे दी जोत एक कर दिती। ये अपने वर्गा ही तैयार कर दिता, अपने विचों पैदा किया। लख ना कोई सकई आचरजे आचर दिखाया। और इस कला नूं कोई वेख नहीं सकिया कि गुरु साहब ने, गुरु नानक देव जी ने अपने वर्गा दूजा गुरु नानक किवें तैयार कर दिता। काया पलट स्वरूप बनाया।
ਕਾਇਆ ਪਲਟ ਕੇ ਕਹਿੰਦੇ ਨੇ ਸਰੂਪ ਬਦਲ ਕੇ ਆਪਣਾ ਹੀ ਰੂਪ ਬਣਾ ਦਿੱਤਾ। ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ। ਆਓ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਇੱਕ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਸਾਰਿਆਂ ਨੇ ਕਿਰਪਾ ਕਰਨੀ। ਧੰਨ ਨਾਨਕ ਤੇਰੀ ਵੱਡੀ ਕਮਾਈ, 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 ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ, ਕਲ ਯੁਗ ਅੰਦਰ ਜੋਤ ਜਗਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ, ਨਾਨਕ ਤੇਰੀ ਵੱਡੀ ਕਮਾਈ। ਇਸ ਤਰ੍ਹਾਂ ਜਿਹੜੇ ਭੁੱਲੇ ਭਟਕੇ ਜੀਵ ਧਰਮ ਦੇ ਮਾਰਗ ਤੋਂ ਵੀ ਇੱਕ ਪਾਸੇ ਹੋਏ ਸਨ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣੀ ਬਾਣੀ ਦੇ ਰਾਹੀਂ ਰਸਤਾ ਦਿਖਾਇਆ। ਉਹੀ ਉਪਦੇਸ਼ ਅੱਜ ਉਹ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਜੀਵਨ ਵਿੱਚ ਕਮਾਈਏ ਔਰ ਗੁਰੂ ਸਾਹਿਬ ਦੀਆਂ ਬਖਸ਼ਾਂ ਪ੍ਰਾਪਤ ਕਰੀਏ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।